ਕੀ ਹੁਣ ਕਿਸਾਨ ਡਾਂਗਾ ਖਾਣ ਜੋਗਾ ਹੀ ਰਹਿ ਗਿਆ? ਕਿਸਾਨ ਹੀ ਨਹੀਂ ਮਰਨਾ, ਆੜਤ ਵੀ ਨਾਲ ਹੀ ਮਰ ਜਾਣਾ। ਜਿਸ ਤਰ੍ਹਾਂ ਝੋਟਾ ਜਦੋਂ ਮਰਦਾ ਤੇ ਚਮਜੂਆਂ ਮਰ ਜਾਂਦੀਆਂ। ਫਿਰ ਤੁਹਾਡਾ ਵੋਟ ਪਾਉਣ ਦੇ ਤਰੀਕੇ 'ਚ ਤੇ ਇੱਥੇ ਦਾਰੂ ਦੀ ਬੋਤਲ ਦੇ ਕੇ ਵੋਟ ਪਾਉਣ 'ਚ ਕੀ ਫਰਕ ਆ? ਇਹ ਕਿਸੇ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਉਣਾ ਔਰ ਲੋਕਾਂ ਦੀ ਇੱਜ਼ਤ ਆਬਰੂ ਦਾ ਮਜ਼ਾਕ ਉਡਾਉਣਾ ਵੀ। ਖਾਲਿਸਤਾਨ ਕੋਈ ਥਾਲੀ ਦੇ ਵਿੱਚ ਪਿਆ ਲੱਡੂ ਆ ਵੀ ਤੁਹਾਨੂੰ ਮੂੰਹ 'ਚ ਪਊਗਾ ਕਿ ਨਹੀਂ ਪਊਗਾ? ਕਿੰਨੇ ਬੰਦਿਆਂ ਦੇ ਉੱਤੇ UAPA ਲੱਗੂਗਾ? ਜੇ ਲੋਕ ਰਾਜਨੀਤਿਕ ਤੌਰ ਤੇ ਜ਼ਿਆਦਾ ਅਬਾਲਾ ਖਾ ਗਏ ਤਾਂ ਫਿਰ ਮੇਰੇ ਹੱਥ ਖੜੇ ਆ, ਮੈਨੂੰ ਨਾ ਕਿਉਂ। ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਕਿ ਇਸ ਗੱਲ ਤੋਂ ਬਾਜ ਆਓ। ਆਰਡੀਨੈਂਸਾਂ ਨੂੰ ਰੱਦ ਕਰਾਉਣ ਵਾਸਤੇ ਕੇਂਦਰ ਸਰਕਾਰ ਦਾ ਡਟ ਕੇ ਮੁਕਾਬਲਾ ਕੀਤਾ ਜਾ ਰਿਹਾ। ਅੱਜ ਉਸ ਬਾਰੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਪ੍ਰੋਫੈਸਰ ਮਨਜੀਤ ਸਿੰਘ ਜੀ ਮੌਜੂਦ ਨੇ। ਸਵਾਗਤ ਹੈ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਜੀ। ਪ੍ਰੋਫੈਸਰ ਸਾਹਿਬ, ਜਿਵੇਂ ਮਤਲਬ ਕੇਂਦਰ ਸਰਕਾਰ ਦਾ ਕਿਸਾਨ ਡਟ ਕੇ ਮੁਕਾਬਲਾ ਕਰ ਰਹੇ ਨੇ ਵੀ ਇਹ ਤਿੰਨੋਂ ਆਰਡੀਨੈਂਸ ਰੱਦ ਕੀਤੇ ਜਾਣ, ਤੁਸੀਂ ਇਹਨਾਂ ਨੂੰ ਕਿਵੇਂ ਦੇਖਦੇ ਹੋ? ਆਹੋ, ਮੁਕਾਬਲਾ ਤੇ ਕਰ ਰਹੇ ਆ, ਪਰ ਲੜਾਈ ਤੇ ਅਨਈਵਨ ਹੀ ਆ। ਇੱਕ ਪਾਸੇ ਦੇਸ਼ ਦੀ ਪੂਰੀ ਪਾਰਲੀਮੈਂਟ ਆ ਔਰ ਦੂਜੇ ਪਾਸੇ ਇਹ ਜਿਹੜੇ ਕਿਸਾਨ 24 ਪਾਰਟੀਆਂ ਦੇ ਵਿੱਚ ਵੰਡੇ ਹੋਏ ਆ ਤੇ ਉਹ ਇੱਕ ਸਿੰਗਲ NDA ਬੜੀ ਤਕੜੀ ਮਜ਼ਬੂਤ ਪਾਰਟੀ ਆ। ਮੁਕਾਬਲਾ ਤੇ ਅਨਈਵਨ ਆ, ਪਰ ਜੋ ਪੰਜਾਬ ਦੇ ਵਿੱਚ ਏਡੇ ਵੱਡੇ ਪੱਧਰ ਤੇ ਰੋਸ ਔਰ ਗੁੱਸਾ ਔਰ ਰੈਜ਼ਿਸਟੈਂਸ ਦੇਖਣ ਨੂੰ ਮਿਲ ਰਹੀ ਹੈ ਉਹ ਤੇ ਬਿਲਕੁਲ ਅਨਪ੍ਰੈਸੀਡੈਂਟਡ ਹੈ। ਮੈਂ ਕਦੀ ਘੱਟ ਹੀ ਇੰਨੇ ਵਾਈਡ ਸਪਰੈਡ ਕਿਸਾਨੀ ਦਾ ਰੋਸ ਦੇਖਿਆ, ਪ੍ਰੋਟੈਸਟ ਦੇਖਿਆ। ਕਿਧਰੇ ਪੁਲਾਂ ਦੇ ਉੱਤੇ ਬੈਠੇ ਆ, ਬੰਦ ਕੀਤੇ ਹੋਏ ਆ। ਅੱਜ ਵੈਸੇ ਚੁੱਕ ਲਿਆ ਉਹਨਾਂ ਨੇ ਕਿਉਂਕਿ ਹਾਈ ਕੋਰਟ ਦਾ ਆਰਡਰ ਸੀ ਕਿ ਤੁਸੀਂ ਇਸ ਤਰੀਕੇ ਨਾਲ ਟ੍ਰੈਫਿਕ ਨੂੰ ਨਹੀਂ ਬੰਦ ਕਰ ਸਕਦੇ। ਪਰ ਨਾਲ ਹੀ ਉਹਦੇ ਇਵਜ਼ ਦੇ ਵਜੋਂ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਇਹ ਕਹਿ ਦਿੱਤਾ ਕਿ ਦੇਖੋ ਜਿਹੜਾ 600-700 ਬੰਦਿਆਂ ਦੇ ਉੱਤੇ ਕੇਸ ਦਰਜ ਹੋਏ ਸੀ ਉਹ ਅਸੀਂ ਸਾਰਿਆਂ ਨੂੰ ਵਾਪਸ ਲੈਂਦੇ ਹਾਂ, ਕਿਉਂਕਿ ਕਿਸਾਨਾਂ ਦਾ ਇਹ ਅਧਿਕਾਰ ਬਣਦਾ ਆ ਕਿ ਉਹ ਆਪਣੇ ਇਸ ਧੱਕੇ ਦੇ ਵਿਰੁੱਧ ਪ੍ਰੋਟੈਸਟ ਕਰ ਸਕਣ। ਇਸੇ ਤਰੀਕੇ ਨਾਲ ਕੁਝ ਪੱਕੇ ਮੋਰਚੇ ਲੱਗੇ ਹੋਏ ਆ BK ਜੋ ਗਰਾਹਾਂ ਵੱਲੋਂ, ਉਹ ਲੰਬੀ ਔਰ ਪਟਿਆਲੇ ਦੇ ਵਿੱਚ ਇਸ ਤਰੀਕੇ ਨਾਲ ਕਰ ਰਹੇ ਆ। ਦੂਜੇ ਦੋ ਧੜੇ 11-11 10-10 ਪਾਰਟੀਆਂ ਉਹ ਵੀ ਹੈਗੀਆਂ ਆ। ਇੱਕ BK ਜੋ ਡਕਾਉਂਦਾ ਹੈਗਾ, ਇੱਕ ਰਾਜੇਵਾਲ ਤੇ ਲੱਖੋਵਾਲ ਤੇ ਇਹ ਰਲ ਕੇ ਕਰ ਰਹੇ ਆ। ਕੁੱਲ ਮਿਲਾ ਕੇ ਮੈਨੂੰ ਐਂ ਲੱਗਦਾ ਕਿ 4 ਸੈਗਮੈਂਟਸ ਜਿਹੜੀਆਂ ਧੜੇ ਜਾਣੀਆਂ ਇੰਜ ਆ, ਪੂਰਾ ਸਾਰਿਆਂ ਨੇ ਫਰੰਟ ਖੋਲ੍ਹਿਆ। ਕੁਝ ਇੱਥੇ ਕਰ ਰਹੇ, ਕੁਝ ਕਹਿੰਦੇ ਅਸੀਂ ਜੇ ਨਹੀਂ ਮੰਨੇ ਤੇ ਗੱਡੀਆਂ ਵੀ ਰੋਕਾਂਗੇ, ਅਸੀਂ ਦਿੱਲੀ ਤੱਕ ਜਾਵਾਂਗੇ। ਦਿੱਲੀ ਦੇ ਰਸਤੇ ਰੋਕੇ ਗਏ ਆ, ਕੁਝ ਸਨੀਕ ਇਨ ਕਰ ਗਏ ਸੀਗੇ, ਕੁਝ ਲੋਕ ਦਿੱਲੀ ਤੱਕ ਪਹੁੰਚੇ ਆ, ਪਰ ਵੱਡੇ ਪੱਧਰ ਤੇ ਉੱਥੇ ਨਹੀਂ ਜਾਣ ਦਿੱਤਾ ਜਾ ਰਿਹਾ। ਇਸ ਕਰਕੇ ਤੁਸੀਂ ਜੋ ਕਹਿ ਰਹੇ ਆ ਕਿ ਮੁਕਾਬਲਾ ਕਰ ਰਹੇ ਆ, ਮੁਕਾਬਲਾ ਤੇ ਕਰ ਰਹੇ ਆ ਔਰ ਕੋਈ ਉਹਨਾਂ ਕੋਲ ਰਸਤਾ ਵੀ ਨਹੀਂ ਬਚਿਆ। ਪਰ ਇਸ ਮੁਕਾਬਲੇ ਦੇ ਵਿੱਚ ਇੱਕ ਹੱਥ ਬੜਾ ਖੁੰਖਾਰ ਆ, ਬੜਾ ਧੱਕੇ ਵਾਲਾ ਆ ਔਰ ਦੂਸਰੇ ਜਿਹੜੇ ਲੋਕ ਆ ਉਹ ਆਪਣਾ ਜਕਜਹਿਤੀ ਜਾਂ ਇਕਮੁੱਠਤਾ ਦਿਖਾ ਕੇ ਆਪਣਾ ਪ੍ਰੋਟੈਸਟ ਕਰ ਰਹੇ ਆ। ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਨਹੀਂ ਚਾਹੀਦਾ। ਡੈਮੋਕ੍ਰੇਸੀ ਦੇ ਵਿੱਚ ਆਵਾਜ਼ ਨੂੰ ਸੁਣਨਾ ਚਾਹੀਦਾ। ਇੱਥੇ ਕਿਹੜੀ ਪੰਜਾਬ ਦੀ ਪੋਲੀਟੀਕਲ ਪਾਰਟੀ ਆ ਜਿਹੜੀ ਨਹੀਂ ਇਸ ਰੋਸ਼ ਦੇ ਵਿੱਚ ਸਪੋਰਟ ਕਰ ਰਹੀ? ਸਾਰੀਆਂ ਵੱਡੇ ਅਕਾਲੀ ਦਲ ਨਾਲ ਆ, BJP ਨੂੰ ਛੱਡ ਲਓ, ਬਾਕੀ ਸਾਰੀਆਂ ਪਾਰਟੀਆਂ, ਆਮ ਆਦਮੀ, ਕਾਂਗਰਸ, ਅਸੈਂਬਲੀ 'ਚ ਬਿੱਲ ਪਾਸ ਹੋ ਚੁੱਕਿਆ ਕਿ ਇਸ ਗੱਲ ਦਾ ਕਿ ਅਸੀਂ ਇਸ ਦੀ ਬਿਲਕੁਲ ਕੰਡੈਮ ਕਰਦੇ ਹਾਂ ਔਰ ਵਿਰੋਧਤਾ ਕਰਦੇ ਹਾਂ, ਅਸੀਂ ਇਸ ਬਿੱਲਾਂ ਨੂੰ ਨਹੀਂ ਮੰਨਦੇ। ਜੇ ਇਹਦਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸੈਂਟਰ ਨੇ ਧੱਕਾ ਕਰਨਾ ਤਾਂ ਫਿਰ ਜੋ ਅੱਜ ਚੀਫ ਮਿਨਿਸਟਰ ਸਾਹਿਬ ਨੇ ਕਿਹਾ ਕਿ ਦੇਖ ਲਿਓ ਇਹ ਬਾਰਡਰ ਸਟੇਟ ਆ, ਜੇ ਇੱਥੇ ਜ਼ਿਆਦਾ ਕੋਈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਣ ਗਈ, ਜੇ ਲੋਕ ਰਾਜਨੀਤਿਕ ਤੌਰ ਤੇ ਜ਼ਿਆਦਾ ਅਬਾਲਾ ਖਾ ਗਏ ਤਾਂ ਫਿਰ ਮੇਰੇ ਹੱਥ ਖੜੇ ਆ, ਮੈਨੂੰ ਨਾ ਕਿਉਂ। ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਕਿ ਇਸ ਗੱਲ ਤੋਂ ਬਾਜ ਆਓ। ਸਰ, ਜਿਵੇਂ ਆਪਣੇ ਦੇਸ਼ ਦਾ ਨਾਅਰਾ ਸੀਗਾ ਸ਼ੁਰੂ ਤੋਂ ਹੀ ਜੈ ਜਵਾਨ ਜੈ ਕਿਸਾਨ, ਕੀ ਹੁਣ ਕਿਸਾਨ ਡਾਂਗਾ ਖਾਣ ਜੋਗਾ ਹੀ ਰਹਿ ਗਿਆ? ਉਹ ਤਾਂ ਗੱਲਾਂ ਹੀ ਆ, ਕਿਹੜਾ ਕਿਸਾਨਾਂ ਨੂੰ ਪੁੱਛਦਾ ਤੇ ਕਿਹੜਾ ਜਵਾਨਾਂ ਨੂੰ ਪੁੱਛਦਾ। ਆਪਾਂ ਦੇਖਦੇ ਹੀ ਆ ਹੁਣ ਸਾਡੇ ਸਾਹਮਣੇ ਆਮੋ ਸਾਹਮਣੇ ਜਵਾਨ ਤੇ ਵਿਚਾਰੇ ਲਦਾਖ ਦੇ ਵਿੱਚ ਬੈਠੇ ਆ ਚੀਨ ਦਾ ਮੁਕਾਬਲਾ ਕਰਨ ਲਈ, ਪਰ ਜੋ ਸਹੂਲਤਾਂ, ਜੋ ਪੈਨਸ਼ਨਾਂ, ਕਿੰਨੀ ਵੱਡੀ ਲੰਬੀ ਐਜੀਟੇਸ਼ਨ ਉਹ ਆਪਣੀਆਂ 1 ਰੈਂਕ 1 ਪੈਨਸ਼ਨ ਦੇ ਲਈ ਲੜਦੇ ਰਹੇ ਸੀ, ਕੋਈ ਕਿਸੇ ਨੂੰ ਨਹੀਂ ਪੁੱਛਦਾ। ਉੱਥੇ ਵੀ ਜਿਹੜੀ ਆਰਮੀ ਦੇ ਵਿੱਚ ਵੀ ਕਈ ਕਿਸਮ ਦੀਆਂ ਗੁਲਾਮੀਆਂ ਚੱਲਦੀਆਂ, ਉਹ ਆਪਾਂ ਬਹੁਤਾ ਉਹਦਾ ਨਾਂ ਛੇੜੀਏ ਕਿਉਂਕਿ ਇੱਕਦਮ ਦੇਸ਼ ਭਗਤੀ ਦਾ ਮਾਮਲਾ ਬਣ ਜਾਂਦਾ। ਪਰ ਜੋ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ, ਨਾਅਰਿਆਂ ਨਾਲ ਥੋੜ੍ਹੀ ਗੱਲ ਬਣਨੀ। ਤੁਸੀਂ ਨਾਅਰੇ ਇੱਕ ਪਾਸੇ ਲਾਓ, ਕੰਮ ਉਹਦੇ ਉਲਟ ਕਰੋ ਤੇ ਕੌਣ ਤੁਹਾਡੇ ਨਾਅਰਿਆਂ ਦੇ ਉੱਤੇ ਵਿਸ਼ਵਾਸ ਕਰੂਗਾ? ਇਸ ਲਈ ਇਹ ਤੇ ਕਲੀਸ਼ੇ ਹੋ ਚੁੱਕਾ, ਇਹ ਤੇ ਐਵੇਂ ਰਿਚੁਅਲ ਹੋ ਚੁੱਕਾ, ਇਹਦਾ ਕੋਈ ਅਰਥ ਨਹੀਂ। ਕਿਸਾਨੀ ਨੂੰ ਜੜ੍ਹਾਂ ਤੋਂ ਖਤਮ ਕਰਨ ਲਈ, ਜਾਣੀ ਉਹਨਾਂ ਦੇ
ਪੈਰਾਂ ਹੇਠੋਂ ਧਰਤੀ ਖਿੱਚ ਲੈਣ ਲਈ ਇਹ ਤਿੰਨੇ ਆਰਡੀਨੈਂਸ ਆ ਰਹੇ ਆ ਔਰ ਇਹਦੇ ਰੈਪਰਕਸ਼ਨ, ਇਹਦੇ ਕਿੰਨੇ ਮਾੜੇ ਅਸਰ ਪਿੰਡ ਅਰਥ ਵਿਵਸਥਾ 'ਤੇ ਔਰ ਪੇਂਡੂਆਂ 'ਤੇ ਪੈਣਗੇ, ਇਹ ਆਉਣ ਵਾਲੇ 3-4 ਸਾਲਾਂ 'ਚ ਤੁਹਾਡੇ ਸਾਹਮਣੇ ਆ ਜਾਊਗਾ। ਜਿਵੇਂ ਹੁਣ ਪਿਛਲੇ ਲੰਬੇ ਸਮੇਂ ਤੋਂ ਹਰੇਕ ਵਾਰ ਦੇਖਿਆ ਜਾਂਦਾ ਸੀਗਾ ਵੀ ਕਿਸਾਨ ਖੁਦ ਮਤਲਬ ਪ੍ਰੋਟੈਸਟ ਕਰਦੇ ਆ ਰਹੇ ਆ, ਤੇ ਇਸ ਵਾਰੀ ਤਾਂ ਉਹਨਾਂ ਦੇ ਬੱਚੇ ਯੂਥ ਵੀ ਇਹਦੇ ਵਿੱਚ ਹਿੱਸਾ ਲਿਆ। ਦੇਖੋ ਪੰਜਾਬ ਪੂਰਾ ਹੀ ਹਿੱਸਾ ਲੈ ਰਿਹਾ, ਇਕੱਲਾ ਯੂਥ ਨਹੀਂ ਲੈ ਰਿਹਾ ਹੈਗਾ। ਮੈਨੂੰ ਲੱਗਦਾ ਕਿ ਈਵਨ ਇੰਟੈਲੈਕਚੁਅਲਸ ਸਾਡੇ ਕੁਛ ਇੱਕ ਅੱਧਾ ਇੱਕੜ ਦੁੱਕੜ ਨੂੰ ਛੱਡ ਕੇ ਬਾਕੀ ਸਾਰੇ ਹੀ, ਭਾਵੇਂ ਉਹ ਇਕਨੋਮਿਸਟ ਹੈਗੇ ਆ, ਭਾਵੇਂ ਉਹ ਯੂਥ ਹੈਗਾ ਆ, ਭਾਵੇਂ ਉਹ ਈਵਨ ਐਕਟਰ ਹੈਗੇ ਆ, ਜਿਹੜੇ ਸਟਰੀਟ ਪਲੇ, ਗਾਣੇ, ਗੀਤ ਸੰਗੀਤ ਵਾਲੇ, ਇੱਕ ਵੱਡੀ ਮੁਹਿੰਮ ਵਿੱਢੀ ਗਈ ਹੋਈ ਹੈ। ਮੈਂ ਐਡੇ ਵੱਡੇ ਪੱਧਰ 'ਤੇ ਤਾਂਹੀਏ ਤੁਹਾਨੂੰ ਕਹਿੰਦਾ ਕਿ 30-35 ਸਾਲਾਂ ਦੀ ਬਾਅਦ ਮੈਂ ਇੰਨੇ ਲੰਮੇ ਸਮੇਂ ਤੋਂ ਬਾਅਦ ਦੇਖ ਰਿਹਾ ਕਿ ਐਡਾ ਵੱਡਾ ਤੂਫਾਨ ਪੰਜਾਬ ਦੇ ਵਿੱਚ ਕਿਸਾਨੀ ਵੱਲੋਂ ਖੜਾ ਕੀਤਾ ਗਿਆ, ਕਿਉਂਕਿ ਇਹ 'ਚ ਇਕੱਲੇ ਕਿਸਾਨ ਨਹੀਂ। ਇਹੀ ਕਿਸਾਨ ਕਿਸੇ ਵੇਲੇ ਇਹ ਕਹਿੰਦੇ ਸੀਗੇ ਕਿ ਆੜ੍ਹਤੀਏ ਖਤਮ ਹੋਣੇ ਚਾਹੀਦੇ, ਆੜ੍ਹਤੀਏ ਸਾਨੂੰ ਲੁੱਟਦੇ ਆ। ਲੁੱਟਦੇ ਹੈ ਵੀ ਉਹਨਾਂ ਦਾ ਪੈਸਾ ਤੇ ਕਿਸਾਨਾਂ ਕੋਲੇ ਆਉਂਦਾ, ਜਿਹੜਾ 2.5% ਆੜ੍ਹਤ ਬਣਾਉਂਦੇ, ਪਰ ਉਹ ਉਹਨਾਂ ਦਾ ਸਮਾਨ ਵੀ ਖਰੀਦ ਲੈਂਦੇ ਸੀ, ਚੰਗਾ ਹੋਏ ਮਾੜਾ ਹੋਏ, ਉਹ ਜਾ ਕੇ ਚੱਕ ਕੇ ਖਰੀਦ ਕੇ ਆਪਣੇ ਪੈਸੇ ਕੱਢਣ ਲਈ ਗਾਂਹ ਤੋਰ ਦਿੰਦੇ ਸੀਗੇ। ਹੁਣ ਇਹੋ ਹੀ ਆੜ੍ਹਤੀਏ ਕਿਸਾਨਾਂ ਨੂੰ ਚੇਤੇ ਆਉਣ ਲੱਗ ਗਏ ਆ, ਪਿਆਰੇ ਵੀ ਲੱਗਣ ਲੱਗ ਗਏ ਆ, ਅਤੇ ਉਹ ਰਲ ਕੇ ਇੱਕ ਦੂਜੇ ਨਾਲ ਮੂਵਮੈਂਟ ਦਾ ਹੱਥ ਵਧਾ ਰਹੇ ਆ, ਕਿਉਂਕਿ ਜਿਹੜੇ ਜਦੋਂ ਇਹ ਐਕਟ ਲਾਗੂ ਹੋਣੇ ਆ, ਉਹ ਇਕੱਲਾ ਕਿਸਾਨ ਹੀ ਨਹੀਂ ਮਰਨਾ, ਆੜ੍ਹਤ ਵੀ ਨਾਲ ਹੀ ਮਰ ਜਾਣਾ। ਜਿਸ ਤਰ੍ਹਾਂ ਝੋਟਾ ਜਦੋਂ ਮਰਦਾ ਤੇ ਚਮਜੂਆਂ ਮਰ ਜਾਂਦੀਆਂ, ਅਤੇ ਉਹ ਹਾਲਤ ਬਣਨੀ ਆ। ਅਤੇ ਹੋਰ ਵੀ ਸਾਡੇ ਪੰਜਾਬ ਦਾ ਮੰਡੀ ਬੋਰਡ ਜਿਹੜਾ, ਜਾਂ ਸਾਡੀਆਂ ਮੰਡੀਆਂ, ਐਡਾ ਵੱਡਾ ਇਨਫਰਾਸਟਰਕਚਰ ਆ, ਜਿਹੜੀਆਂ ਪਿੰਡਾਂ ਦੀਆਂ ਸਾਂਝੀਵਾਲਤਾ ਦੀਆਂ ਜ਼ਮੀਨਾਂ, ਜਿਹਨੂੰ ਕਹਿੰਦੇ ਆ ਪੰਚਾਇਤਾਂ ਦੀਆਂ ਜ਼ਮੀਨਾਂ ਕਹਿ ਲਓ, ਉਹ ਸਾਰੀਆਂ ਜ਼ਮੀਨਾਂ ਦੇ ਉੱਤੇ ਮੰਡੀਆਂ ਬਣੀਆਂ, ਜਾਂ ਕੁਝ ਖਰੀਦੀਆਂ ਵੀ ਆ ਸਰਕਾਰ ਨੇ ਜ਼ਮੀਨਾਂ, ਕਿਸਾਨਾਂ ਕੋਲ ਖਰੀਦੀਆਂ ਵੀ। ਉਹ ਸਾਰੇ ਜਿਹੜੇ ਯਾਰਡਸ ਵਗੈਰਾ ਪ੍ਰਾਈਵੇਟਾਂ ਨੂੰ ਹੌਲੀ ਹੌਲੀ ਜਾਣਗੇ, PPP ਮੋਡ 'ਚ ਪਾਉਣਗੇ, ਫਿਰ ਪ੍ਰਾਈਵੇਟ ਚੱਕ ਕੇ ਲੈ ਜਾਣਗੇ। ਇਸ ਲਈ ਜਿਹੜਾ ਪਬਲਿਕ ਪ੍ਰਾਪਰਟੀ ਨੂੰ, ਪਬਲਿਕ ਸੁਵਿਧਾ ਨੂੰ ਤੁਸੀਂ ਪ੍ਰਾਈਵੇਟ ਹੱਥਾਂ 'ਚ ਦੇ ਕੇ ਕਿਵੇਂ ਲੋਕਾਂ ਦੀ ਕੀਮਤ ਉਤਾਰ ਕੇ ਉਹਨਾਂ ਦਾ ਕੁਝ ਕੁ ਮੁੱਠੀ ਭਰ ਲੋਕਾਂ ਦਾ, ਅਦਾਨੀ ਵਰਗਿਆਂ ਦਾ ਤੁਸੀਂ ਕਰ ਰਹੇ ਆ, ਸੇਵਾ ਕਰ ਰਹੇ ਆ, ਇਹ ਦੇਸ਼ ਦਾ ਆਲਮ ਇਸ ਵੇਲੇ ਬਣਿਆ। ਅਤੇ ਮੈਨੂੰ ਲੱਗਦਾ ਕਿ ਪੰਜਾਬ ਗੌਰਮੈਂਟ ਦਾ ਤਾਂ ਚਲੋ ਜੋ ਰੋਲ ਆ ਉਹ ਠੀਕ ਆ, ਪਰ ਕੁੱਲ ਮਿਲਾ ਕੇ ਹਾਲ ਦੀ ਘੜੀ ਨੌਜਵਾਨ ਪੋਏਟ, ਜਿਹੜੇ ਨੁੱਕੜ ਨਾਟਕ ਵਾਲੇ, ਹਰ ਕਿਸਮ ਦਾ, ਈਵਨ ਸਟੂਡੈਂਟ, ਹਰ ਬੰਦਾ ਸੈਕਸ਼ਨ ਇਸ ਗੱਲ 'ਤੇ ਲੱਗਾ, ਕਿਉਂਕਿ ਸਾਡਾ ਖੇਤੀ ਪ੍ਰਧਾਨ ਸੂਬਾ ਆ ਅਤੇ ਕੁਦਰਤੀ ਆ, ਸਾਰਿਆਂ ਨੂੰ ਇਸ ਗੱਲ ਦਾ ਕੰਸਰਨ ਹੈਗਾ। ਪ੍ਰੋਫੈਸਰ ਸਾਹਿਬ, ਜਿਵੇਂ ਬਾਹਰ ਬੈਠੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਖਾਲਿਸਤਾਨ ਬਣਾਉਣ ਵਾਸਤੇ, ਖਾਲਿਸਤਾਨ ਦੀ ਮੰਗ ਕਰਨ ਵਾਸਤੇ, ਬਣਾਉਣ ਵਾਸਤੇ ਹਰੇਕ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ, ਤੁਹਾਨੂੰ ਕੀ ਲੱਗਦਾ ਹੈ ਖਾਲਿਸਤਾਨ ਬਣੂਗਾ ਪੰਜਾਬ 'ਚ? ਖਾਲਿਸਤਾਨ ਕੋਈ ਥਾਲੀ ਦੇ ਵਿੱਚ ਪਿਆ ਲੱਡੂ ਆ ਵੀ ਤੁਹਾਨੂੰ ਮੂੰਹ 'ਚ ਪਊਗਾ ਕਿ ਨਹੀਂ ਪਊਗਾ? ਕੀ ਗੱਲਾਂ ਮਾਰਦੇ ਆ ਇਹ, ਬਚਗਾਨਾ ਕਰ ਰਹੇ ਆ, ਬਹੁਤ ਹੀ ਮਜ਼ਾਕ ਬਣਾ ਦਿੱਤਾ ਇਹਨਾਂ ਨੇ। ਐਡੀ ਸੀਰੀਅਸ ਮੂਵਮੈਂਟ ਜੇ ਕੋਈ ਲੜਨੀ ਹੋਵੇ ਤੇ ਇਸ ਤਰੀਕੇ ਦੇ ਤਮਾਸ਼ੇ ਕਰਦਾ ਕੋਈ ਬੰਦਾ ਬੈਠਾ। ਮੈਂ ਕਹਿੰਦਾ ਜੇ ਵਾਕਿਆ ਹੀ ਉਹਨਾਂ ਨੇ ਕੋਈ ਖਾਲਿਸਤਾਨ ਲਈ ਇੱਥੇ ਕਰਨਾ, ਮੇਰੇ ਵੀਰ ਇੱਥੇ ਆਉਣ, ਮੈਂ ਉਹਨਾਂ ਨੂੰ ਢੋਲ ਵਜਾ ਕੇ ਲੈ ਕੇ ਆਊਂਗਾ ਏਅਰਪੋਰਟ ਤੋਂ, ਰੈੱਡ ਕਾਰਪਟ ਦਾ ਅਸੀਂ ਸਵਾਗਤ ਕਰਾਂਗੇ। ਪਰ ਉਹ ਇੱਥੇ ਦੇ ਨਿਜ਼ਾਮ 'ਚ ਰਹਿ ਕੇ, ਲੋਕਾਂ ਦੇ ਵਿੱਚ ਰਹਿ ਕੇ, ਲੋਕਾਂ ਨੂੰ ਲੀਡ ਕਰਨ, ਨਾਲ ਉੱਥੋਂ ਪੈਸੇ ਵੀ ਲੈ ਆਉਣ 2-4 ਬੋਰੀਆਂ, ਜਿਹੜੇ ਉਹਨਾਂ ਨੂੰ ਬਾਰ-ਬਾਰ ਲੋਕਾਂ ਨੂੰ ਦੇਣੇ ਆ, ਕਿਉਂਕਿ ਫਿਰ ਬਾਰ-ਬਾਰ ਨਹੀਂ ਲਿਆਉਣੇ ਪੈਣਗੇ। ਕੀ ਗੱਲਾਂ ਕਰਦੇ ਫਿਰਦੇ, ਬੱਚਿਆਂ ਵਾਲੀਆਂ ਗੱਲਾਂ, ਔਰ ਲੋਕਾਂ ਦੀ ਬੇਇੱਜ਼ਤੀ ਕਰਦੇ। ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਆ, ਕਿਸੇ ਨੂੰ ਤੁਹਾਡੇ ਵਰਗੇ ਨੌਜਵਾਨ ਜਿਹੜੇ ਮੁੰਡੇ ਹੈਗੇ ਆ ਲਓ ਜੀ, ਤੁਹਾਨੂੰ ਜਿਹੜਾ ਝੰਡਾ ਪਾੜੂਗਾ ਤੇ ਖਾਲਿਸਤਾਨ ਦਾ ਝੰਡਾ ਲਾਊਗਾ, ਉਹਨੂੰ ਅਸੀਂ $2,500 ਦਿੰਦੇ ਆ। ਫਿਰ ਜੀ ਕਿਸਾਨ ਜਿਹੜੇ ਗੱਡੀਆਂ ਨੂੰ ਰੋਕਣਗੇ, ਅਸੀਂ ਉਹਨਾਂ ਨੂੰ $3,000 ਦਿੰਦੇ ਆ। ਫਿਰ ਇੱਕ ਨਵਾਂ ਐਲਾਨ ਆ ਜਾਂਦਾ ਉੱਥੇ ਜੀ, ਜਿਹੜੇ ਬੰਦੇ ਨਵੰਬਰ ਦੇ ਵਿੱਚ ਰੈਫਰੈਂਡਮ 2020 ਦੇ ਵਿੱਚ ਰੈਫਰੈਂਡਮ ਦੇ ਹੱਕ ਵਿੱਚ ਬਟਨ ਦਬਾਉਣਗੇ, ਅਸੀਂ ਜੀ $3,500 ਦੇ ਦਾਂਗੇ। ਲਾਈ ਚੱਲੋ ਬੋਲੀ। ਕਿਆ ਮਜ਼ਾਕ ਬਣਾਇਆ। ਮੈਨੂੰ ਬੜਾ ਦੁੱਖ ਆ ਕਿ ਆਪਾਂ ਇਸ ਮੁੱਦੇ 'ਤੇ ਗੱਲ ਹੀ ਕਿਉਂ ਕਰਦੇ। ਮੈਨੂੰ ਨਹੀਂ ਲੱਗਦਾ ਕਿ ਇਹ ਵਰਥ ਡਿਸਕਸ਼ਨ ਹੈਗਾ ਮੁੱਦਾ, ਪਰ ਕਿਉਂਕਿ ਕਾਫੀ ਮੀਡੀਆ ਦੇ ਵਿੱਚ ਇਹ ਗੱਲ ਚਰਚਿਤ ਰਹਿੰਦੀ ਆ। ਇਸ ਤਰੀਕੇ ਨਾਲ ਗੁਰਪਤਵੰਤ ਪੰਨੂ ਹੋਵੇ ਜਾਂ ਕੋਈ ਵੀ ਹੋਵੇ, ਜੇ ਉਹ ਇਮਾਨਦਾਰੀ ਦੇ ਨਾਲ ਇੱਥੇ ਪੰਜਾਬ ਦੇ ਹੱਕ ਹਕੂਕ ਲਈ ਲੜਨਾ ਚਾਹੁੰਦੇ ਆ, ਰਾਜਨੀਤਿਕ ਹੱਕਾਂ ਲਈ, ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ, ਜਾਂ ਕਿਸਾਨੀ ਲਈ, ਜਿਸ ਤਰ੍ਹਾਂ ਹੁਣ ਐਡਾ ਵੱਡਾ ਮੁੱਦਾ ਹੈਗਾ ਆ, ਉਹ ਇੱਥੇ ਆ ਕੇ ਵਿੱਚ ਖੜੇ ਹੋਣ। ਪਤਾ ਲੱਗੇ ਨਾ, ਤੁਸੀਂ ਇਸ ਤਰੀਕੇ ਨਾਲ ਜਦੋਂ ਕਹਿੰਦੇ ਕਿ ਸਾਡਾ ਨੌਜਵਾਨ ਵਿਚਾਰੇ ਲਾਚਾਰ ਜਾਂ ਬੇਰੁਜ਼ਗਾਰ, ਤੁਸੀਂ ਉਹਨਾਂ ਦੇ ਕੁਟਾਪਾ ਚੜਵਾ ਰਹੇ ਆ। ਕਿੰਨੇ ਬੰਦਿਆਂ ਦੇ ਉੱਤੇ UAPA ਲੱਗੂਗਾ, ਪਿੱਛੇ 14, 15, 16 ਬੰਦਿਆਂ 'ਤੇ ਲੱਗਾ ਨਾ, ਉਹਨਾਂ ਦਾ ਜੀਵਨ ਦੇ ਖਰਾਬ ਕਰ ਦਿੱਤਾ। ਇਹਦਾ ਕੀ ਗਿਆ ਹੈ? ਉੱਥੇ ਵਕੀਲ ਬੈਠਾ ਆਰਾਮ ਨਾਲ। ਇਸ ਲਈ ਇਹ ਮੈਂ ਤੁਹਾਨੂੰ ਬੜੇ ਇਮਾਨਦਾਰੀ ਨਾਲ ਇਹ ਗੱਲ ਕਹਿ ਰਿਹਾ
ਕਿ ਜੇ ਉਹਨਾਂ ਦੇ ਸੱਚੀ ਦਿਲੋਂ ਕੋਈ ਮੂਵਮੈਂਟ ਕਿਸੇ ਪੰਜਾਬ ਦੇ ਅੰਦਰ ਲੜਨ ਦੀ ਇਹੋ ਜਿਹੀ ਕੋਈ ਮੂਵਮੈਂਟ ਉਪਰਾਲਾ ਹੈ ਜਾਂ ਕੋਈ ਨਕਸ਼ਾ ਹੈ ਜਾਂ ਚਾਹੁੰਦੇ ਆ, ਦਿਲੋਂ ਚਾਹੁੰਦੇ ਆ, ਤਾਂ ਇੱਥੇ ਲੋਕਾਂ ਦੇ ਵਿੱਚ ਰਹਿ ਕੇ ਕਰਨ। ਜੇ ਕਰਨਾ ਵੀ ਹੈ, ਜੇ ਨਹੀਂ ਵੀ ਉਹਨਾਂ ਨੇ ਆਉਣਾ, ਉਹਨਾਂ ਨੂੰ ਡਰ ਲੱਗਦਾ ਕਿ ਇੱਥੇ ਕੁੱਟਣਗੇ, ਸਾਨੂੰ ਜੇਲ੍ਹ ਤੇ ਦੇ ਦੇਣਗੇ, UAPA ਲਾ ਦੇਣਗੇ, ਅਸੀਂ ਤੇ ਇੱਥੇ ਸੜਾਂਗੇ ਬੈਠ ਕੇ, ਫਿਰ ਘੱਟੋ ਘੱਟ ਤਲੂਖਣੀਆਂ ਨਾ ਦੇਣ। ਤਲੂਖਣੀਆਂ ਸਮਝਦੇ ਆ ਕਿ ਮਤਲਬ ਦੂਜਿਆਂ ਨੂੰ ਉਂਗਲਾਂ ਲਾ ਕੇ ਤੁਸੀਂ ਨਾ ਉਹਨਾਂ ਨੂੰ ਖੱਜਲ ਖੁਆਰ ਕਰੋ। ਔਰ ਦੂਸਰਾ, ਕਿਸੇ ਨੂੰ ਪੈਸੇ ਦੇ ਕੇ ਕੰਮ ਕਰਾਉਣਾ, ਇਹ ਕਿਸੇ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਉਣਾ ਔਰ ਲੋਕਾਂ ਦੀ ਇੱਜ਼ਤ ਆਬਰੂ ਦਾ ਮਜ਼ਾਕ ਉਡਾਉਣਾ ਵੀ ਹੈਗਾ। ਇਹ ਵੀ ਗੱਲ ਸਮਝਣੀ ਚਾਹੀਦੀ ਕਿ ਉਹਨਾਂ ਦਾ ਕੀ ਆ ਜੀ, ਉਹ ਤੇ ਕਰਜ਼ਾਈ ਹੈਗੇ ਆ, 3000 ਰੁਪਏ ਤੇ ਵੋਟ ਖਰੀਦ ਲਾਂਗੇ। ਫਿਰ ਤੁਹਾਡਾ ਵੋਟ ਪਾਉਣ ਦੇ ਤਰੀਕੇ 'ਚ ਤੇ ਇੱਥੇ ਦਾਰੂ ਦੀ ਬੋਤਲ ਦੇ ਕੇ ਵੋਟ ਪਾਉਣ 'ਚ ਕੀ ਫਰਕ ਆ? ਇਹ ਕਿਹੜਾ ਖਾਲਿਸਤਾਨ ਇੱਥੇ ਆਉਣ ਵਾਲਾ? ਇਸ ਤਰ੍ਹਾਂ ਖਾਲਿਸਤਾਨ ਨਹੀਂ ਆਉਂਦਾ। ਪਰ ਇਹ ਜ਼ਰੂਰ ਹੈ ਕਿ ਜੇ ਇਹੋ ਜਿਹੇ ਕਰਤੂਤਾਂ ਕਰਦੇ ਰਹੇ, ਬੇਕਰਤੂਤੀਆਂ ਕਰਦੇ ਰਹੇ, ਤਾਂ ਕਾਫੀ ਲੋਕਾਂ ਦੇ ਛਿੱਤਰ ਜ਼ਰੂਰ ਪਵਾ ਦੇਣਗੇ। ਹੁਣ ਇਹ ਬਟਨ ਦੱਬਣ ਦੀ ਗੱਲ ਆ। ਬੰਦੇ ਨੇ, ਇੱਕ ਨੇ, ਨੌਜਵਾਨ ਨੇ, ਜਿਹਨੇ ਫਾਰਵਰਡ ਕਰਤੀ ਕੋਈ ਪੋਸਟ, ਉਹਨੂੰ ਚੱਕ ਲਿਆ ਉਹਨਾਂ ਨੇ। ਮੀਡੀਆ ਤੁਹਾਨੂੰ ਐ ਵੇਖਣ ਨੂੰ, ਅਸੀਂ ਪ੍ਰਾਈਵੇਟਲੀ ਆਪਣੇ ਫੋਨ ਤੇ ਕਰਦੇ ਹਾਂ, ਸਾਰਾ ਕੁਝ ਵੇਖਦਾ, ਸਾਰਾ ਤੁਹਾਡੇ ਚੀਨ ਜਾ ਰਿਹਾ। ਆ ਗਿਆ ਨਾ ਹੁਣ ਅਖਬਾਰਾਂ 'ਚ, ਪਿਛਲੇ 4 ਦਿਨ ਤੋਂ ਲਗਾਤਾਰ ਆ ਰਿਹਾ ਵੀ ਹਰ ਚੀਜ਼ ਜਿਹੜੀ ਆ 10,000 ਲੋਕਾਂ ਦੀ ਉਹ ਚੀਨ 'ਚ ਜਾ ਰਹੀ ਆ। ਇਸ ਤਰੀਕੇ ਨਾਲ ਤੁਹਾਨੂੰ ਜਿਹੜੇ ਬੰਦਿਆਂ ਨੇ ਸੌਫਟਵੇਅਰ ਬਣਾਏ ਆ, ਉਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਤੁਹਾਡੇ ਕੋਲ ਕਲੈਕਟ ਕਰਦੇ। ਇਹਦਾ ਮਤਲਬ ਇਹ ਆ ਕਿ ਜਿੰਨਿਆਂ ਨੇ ਬਟਨ ਦੱਬਿਆ, ਜੇ ਲੱਖ ਬੰਦਾ ਵੀ ਦੱਬ ਦੂ, ਲੱਖ ਦੱਬਦਾ ਨਹੀਂ ਵੈਸੇ, 1000 ਦੱਬ ਦੇਣ ਜਾਣੀ 2000, ਹਜ਼ਾਰਾਂ 'ਚ ਕੁਛ ਦੱਬ ਦੇਣ ਤੇ ਦੱਬ ਦੇਣ। ਜਿੰਨਿਆਂ ਨੇ ਦੱਬਿਆ, ਜੇ ਉਹਨਾਂ ਦੇ ਹੱਡ ਗੋਡੇ ਨਾ ਕਰਤੇ ਪੱਧਰੇ, ਤੇ ਉਹਨਾਂ ਨੇ ਅਗਲੇ ਦੇਣੀ, ਇਹ ਫਿਰ ਉਹਨਾਂ ਨੂੰ ਬਚਾਉਣ ਲਈ ਆਉਣਗੇ, ਫਿਰ ਖਾਲਿਸਤਾਨ ਬਣ ਜੂ। ਇਹ ਸਮਝਦੇ ਆ ਕਿ ਦੇਖੋ ਜੀ, ਮੂਵਮੈਂਟਾਂ ਤੇ ਇੰਝ ਹੀ ਲੜੀ ਦੀਆਂ, ਫਿਰ ਕੁਰਬਾਨੀਆਂ ਤੇ ਦੇਣੀਆਂ ਪੈਣਗੀਆਂ। ਕੁਰਬਾਨੀਆਂ ਇਹ ਦੇਣ ਤੇ ਤੁਸੀਂ ਉੱਥੇ ਬੈਠੇ ਮੌਜਾਂ ਕਰੋ, ਇਹ ਨਹੀਂ ਚੱਲਣਾ। ਤੁਸੀਂ ਕੁਰਬਾਨੀ ਪਹਿਲਾਂ ਦਿਓ, ਤੁਸੀਂ ਕੁਰਬਾਨੀ ਦੇ ਪੁਤਲੇ ਬਣੋ। ਗੁਰੂ ਗੋਬਿੰਦ ਸਿੰਘ ਨੇ ਆਪਣੇ ਪਰਿਵਾਰ ਨੂੰ, ਸਰਬੰਸ ਨੂੰ ਵਾਰਿਆ, ਤਾਂ ਸਾਡੇ ਲੀਡਰ ਆ ਉਹ, ਤਾਂ ਉਹਨਾਂ ਨੇ ਲੀਡਰਸ਼ਿਪ ਪ੍ਰੂਵ ਕੀਤੀ। ਉਹਨਾਂ ਨੂੰ ਕੀ ਸੀਗਾ ਕਿ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਧੱਕੇ ਖਾਂਦੇ ਫਿਰਦੇ। ਇਸ ਕਰਕੇ ਗੁਰੂ ਨਾਨਕ ਦੇਵ ਜੀ ਆਪ ਲੋਕਾਂ ਕੋਲ ਗਏ, ਜੋ ਵੀ ਆਪਣੇ ਬੈਠੇ ਰਹਿੰਦੇ ਸਿਆਣਪ ਲੈ ਕੇ, ਤੇ ਲੋਕਾਂ ਨੂੰ ਤਲੂਖਣੀਆਂ ਦਿੰਦੇ ਰਹੇ। ਇਸ ਤਰ੍ਹਾਂ ਨਹੀਂ ਹੈ। ਜੇ ਤੁਹਾਡਾ ਸੱਚੀ ਮੁੱਚੀ ਸਿੱਖੀ ਨਾਲ ਪਿਆਰ ਆ, ਸਿੱਖ ਰਸਤੇ ਨਾਲ ਪਿਆਰ ਆ, ਸਿੱਖ ਸੋਚ ਨਾਲ ਪਿਆਰ ਆ ਔਰ ਸਿੱਖ ਪੰਥ ਦੇ ਨਾਲ ਪਿਆਰ ਆ, ਤਾਂ ਮੇਰੇ ਵੀਰ ਇੱਥੇ ਆਓ, ਅਸੀਂ ਤੁਹਾਡਾ ਸਵਾਗਤ ਕਰਾਂਗੇ। ਸਾਨੂੰ ਦੱਸੋ, ਰਲ ਮਿਲ ਕੇ ਲੜੀਏ, ਨਾ ਕਿ ਤੁਸੀਂ ਬਾਹਰੋਂ ਲੋਕਾਂ ਨੂੰ ਵਰਗਲਾ ਕੇ ਜਾਂ ਕਿਸੇ ਕਿਸਮ ਦਾ ਹੋਰ ਕਿਸਮ ਦਾ ਧੋਖਾਧੜੀ ਦੇ ਕਰਕੇ। ਇਹ ਨਾ, ਇਹ ਲੋਕਾਂ ਦਾ ਵੀ ਨੁਕਸਾਨ ਆ, ਖਾਲਿਸਤਾਨ ਦਾ ਵੀ ਨੁਕਸਾਨ ਆ, ਔਰ ਇੱਥੇ ਪੰਜਾਬ ਦਾ ਨੁਕਸਾਨ ਤੇ ਹੈ ਹੀ ਹੈ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਜੀ, ਜਿਨ੍ਹਾਂ ਨੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਕਿਸਾਨੀ ਨੂੰ ਲੈ ਕੇ ਤੇ ਖਾਲਿਸਤਾਨ ਦੇ ਮੁੱਦੇ ਦੇ ਉੱਪਰ। ਸੋ ਕੈਮਰਾਮੈਨ ਰਵੀ ਦੇ ਨਾਲ ਹਰਜੀਤ ਮਠਾੜੂ, ਰੇਡੀਓ ਪੰਜਾਬ ਟੂਡੇ, ਚੰਡੀਗੜ੍ਹ।